ਹੈਲੋ ਸਟੂਡੈਂਟ। ਇਸ ਵੀਡੀਓ ਵਿੱਚ ਅਸੀਂ ਕਲਾਸ 7ਵੀਂ ਸਾਇੰਸ ਦਾ ਚੈਪਟਰ 14 ਪਾਰਟ 14 ਇਲੈਕਟ੍ਰਿਕ ਕਰੰਟ ਅਤੇ ਇਸ ਦੇ ਇਫੈਕਟ, ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ ਬਾਰੇ ਪੜ੍ਹਾਂਗੇ। ਇਲੈਕਟ੍ਰਿਕ ਕਰੰਟ ਕੀ ਹੁੰਦਾ ਹੈ? ਆਪਣੇ ਘਰਾਂ ਵਿੱਚ ਜਿਹੜੀ ਬਿਜਲੀ ਆਉਂਦੀ ਹੈ ਜਾਂ ਇਲੈਕਟ੍ਰੀਸਿਟੀ ਆਉਂਦੀ ਹੈ, ਉਸ ਦੇ ਬਾਰੇ ਆਪਾਂ 6ਵੀਂ ਜਮਾਤ ਵਿੱਚ ਪੜ੍ਹਿਆ ਸੀਗਾ। ਦ ਫਲੋ ਆਫ ਐਨ ਇਲੈਕਟ੍ਰਿਕ ਚਾਰਜ ਇਜ਼ ਕਾਲਡ ਦਾ ਇਲੈਕਟ੍ਰਿਕ ਕਰੰਟ। ਪਰ ਇਸ ਦੇ ਹੁਣ ਕੁਝ ਪ੍ਰਭਾਵ ਵੀ ਹੁੰਦੇ ਹੈ ਜਿਹੜੇ ਕਿ ਆਪਾਂ ਹੁਣ 7ਵੀਂ ਜਮਾਤ ਵਿੱਚ ਹੁਣ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਇਲੈਕਟ੍ਰਿਕ ਸਰਕਟ ਦੀ ਪਰਿਭਾਸ਼ਾ ਪੜ੍ਹਾਂਗੇ। ਫਸਟ ਆਫ ਆਲ we learn about the definition of an electric circuit. Electric circuit is the path in which the electric current flow from a source across various component. ਬਿਜਲਈ ਸਰਕਟ ਉਹ ਰਸਤਾ ਹੈ ਜਿਹੜਾ ਸੈੱਲ ਦੇ ਇੱਕ ਟਰਮੀਨਲ ਤੋਂ ਸ਼ੁਰੂ ਹੋ ਕੇ ਬਲਬ ਵਿੱਚ ਹੁੰਦਾ ਹੋਏ ਦੂਜੇ ਟਰਮੀਨਲ ਤੱਕ ਪਹੁੰਚਦਾ ਹੈ ਅਤੇ ਇਸ ਵਿੱਚੋਂ ਬਿਜਲਈ ਧਾਰਾ ਤਾਂ ਕਿ ਇਸ ਵਿੱਚੋਂ ਬਿਜਲਈ ਧਾਰਾ ਵਹਿ ਸਕੇ। ਬਿਜਲਈ ਸਰਕਟ ਅਸੀਂ ਹੁਣ ਦੇਖਿਆ ਕਿ ਬਿਜਲਈ ਸਰਕਟ ਦੀ ਆਹ ਫੋਟੋ ਆਪਣੇ ਸਾਹਮਣੇ ਦਿਖਾਈ ਜਾ ਰਹੀ ਹੈ। ਇਸ ਦੇ ਵਿੱਚ ਅਸੀਂ ਦੇਖ ਰਹੇ ਕਿ ਸੈੱਲ ਦਾ ਇੱਕ ਟਰਮੀਨਲ ਸੈੱਲ ਦੇ ਦੂਜੇ ਟਰਮੀਨਲ ਦੇ ਨਾਲ ਸੈੱਲ ਦਾ ਇੱਕ ਟਰਮੀਨਲ ਬਲਬ ਦੇ ਨਾਲ ਅਤੇ ਸੈੱਲ ਦਾ ਦੂਜਾ ਟਰਮੀਨਲ ਸਵਿਚ ਦੇ ਨਾਲ ਜੁੜਿਆ ਹੋਇਆ ਹੈ। ਨਾਓ ਲੁੱਕ ਐਟ ਦਾ ਪਿਕਚਰ। ਹੇਅਰ ਵੀ ਸੀ a cell, the source of energy, whose one terminal is connected to the switch and another terminal is connected to the bulb through a conducting wire. This type of a setup or arrangement is called the electric circuit. ਜਿਵੇਂ ਕਿ ਆਪਾਂ ਪੜ੍ਹੇ ਉੱਪਰ ਇੰਗਲਿਸ਼ ਵਿੱਚ ਮੈਂ ਦੱਸਿਆ ਕਿ ਸੈੱਲ ਦਾ ਇੱਕ ਹਿੱਸਾ ਤੇ ਬਲਬ ਦੇ ਨਾਲ ਜੁੜਿਆ ਹੋਇਆ ਅਤੇ ਦੂਜਾ ਹਿੱਸਾ ਸਵਿਚ ਨਾਲ। ਇਸ ਤਰ੍ਹਾਂ ਦਾ ਜਿਹੜਾ ਅਰੇਂਜਮੈਂਟ ਹੁੰਦਾ ਹੈ ਇਸ ਨੂੰ ਬਿਜਲਈ ਸਰਕਟ ਕਿਹਾ ਜਾਂਦਾ ਹੈ। ਨਾਓ ਇਨ ਦ ਨੈਕਸਟ ਵੀ ਸੀ ਦ ਡੈਫੀਨੇਸ਼ਨ ਆਫ ਐਨ ਇਲੈਕਟ੍ਰਿਕ ਕੰਪੋਨੈਂਟ। ਬਿਜਲਈ ਘਟਕ ਕੀ ਹੁੰਦੇ ਹਨ? ਇਲੈਕਟ੍ਰਿਕ ਸਰਕਟ ਦੀ ਵਰਤੋਂ ਲਈ ਆਪਾਂ ਨੂੰ ਬਿਜਲਈ ਘਟਕਾਂ ਦੀ ਲੋੜ ਪੈਂਦੀ ਹਨ। ਹੁਣ ਉਹ ਬਿਜਲਈ ਘਟਕ ਕੀ ਹੁੰਦੇ ਹੈ ਉਹਦੇ ਬਾਰੇ ਪੜ੍ਹਾਂਗੇ। ਬਿਜਲਈ ਘਟਕ ਕੀ ਹੁੰਦੇ ਹੈ? ਇੰਗਲਿਸ਼ ਦੇ ਵਿੱਚ ਇਸ ਦੀ ਡੈਫੀਨੇਸ਼ਨ ਇਸ ਤਰ੍ਹਾਂ ਹੈ: ਦ ਵੇਰੀਅਸ ਐਲੀਮੈਂਟਸ that are used to make an electric circuits are called electric component. For example, cell, battery, connecting wire, bulb, switch, etc. ਉਹ ਭਾਗ ਜਿਨ੍ਹਾਂ ਰਾਹੀਂ ਬਿਜਲਈ ਸਰਕਟ ਨੂੰ ਦਰਸਾਇਆ ਜਾਂਦਾ ਹੈ ਜਿਨ੍ਹਾਂ ਰਾਹੀਂ ਬਿਜਲਈ ਸਰਕਟ ਨੂੰ ਦਰਸਾਇਆ ਜਾਂਦਾ ਹੈ ਉਹਨਾਂ ਨੂੰ ਬਿਜਲਈ ਘਟਕ ਕਿਹਾ ਜਾਂਦਾ ਹੈ, ਜਿਵੇਂ ਕਿ ਸੈੱਲ, ਬੈਟਰੀ, ਜੋੜਕ ਤਾਰਾ, ਬਲਬ ਆਦਿ। ਇਸੇ ਤਰ੍ਹਾਂ ਅਗਲੀ ਸਲਾਈਡ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਵਿਚ, ਸਭ ਤੋਂ ਪਹਿਲੀ ਫੋਟੋ ਸਵਿਚ ਦੀ ਹੈ। ਇਹ ਸਵਿਚ ਅਸੀਂ ਆਮ ਤੌਰ 'ਤੇ ਦੇਖਿਆ ਹੈ ਘਰਾਂ ਵਿੱਚ ਵਰਤਦੇ ਹੈ ਕਿ ਆਮ ਤੌਰ 'ਤੇ ਇਸ ਦੀ ਵਰਤੋਂ ਕਰਕੇ ਹੋਏ ਦੇਖਿਆ ਹੈਗਾ। ਦੂਸਰੀ ਫੋਟੋ ਬੈਟਰੀ ਦੀ ਹੈਗੀ ਹੈ। ਬੈਟਰੀ ਦੇ ਵਿੱਚ ਇੱਕ ਸੈੱਲ ਦਿਖਾਇਆ ਗਿਆ ਹੈਗਾ ਅਤੇ ਇੱਕ ਬੈਟਰੀ ਦਿਖਾਈ ਗਈ ਹੈ। ਜਿਹੜੀ ਬੈਟਰੀ ਹੁੰਦੀ ਹੈ ਉਹ ਦੋ ਜਾਂ ਦੋ ਤੋਂ ਵੱਧ ਸੈੱਲਾਂ ਤੋਂ ਮਿਲ ਕੇ ਬਣੀ ਹੁੰਦੀ ਹੈ। ਬੈਟਰੀ ਇਜ਼ ਅ ਕੰਬੀਨੇਸ਼ਨ ਆਫ two or more than two ਸੈੱਲ। ਇਸ ਤੋਂ ਅਗਲੀ ਫੋਟੋ ਹੈਗੀ ਤਾਰਾਂ ਦੀ, ਜਿਹੜੀ ਆਮ ਤੌਰ 'ਤੇ ਅਸੀਂ ਘਰਾਂ ਦੇ ਵਿੱਚ ਦੇਖਦੇ ਹਨ। ਅਗਲੀ ਫੋਟੋ ਨੈਕਸਟ ਫੋਟੋ ਹੈਗੀ ਬਲਬ ਦੀ, ਜਿਹੜਾ ਬਹੁਤ ਜ਼ਿਆਦਾ ਕਾਮਨਲੀ ਵੀ ਵਿਲ ਯੂਜ਼ ਦਿਸ ਬਲਬ ਐਂਡ ਸੀ ਦ ਬਲਬਸ ਇਨ ਦਾ ਹੋਮ ਨੋਰਮਲੀ। ਠੀਕ ਹੈ। all these are the electric components of the circuit. These are the called the electrical component of the circuit. Next, in the next slide we will show about the electric symbol. in the ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਇਲੈਕਟ੍ਰਿਕ ਸਿੰਬਲ ਇਲੈਕਟ੍ਰਿਕ ਸਰਕਟ ਵਿੱਚ ਇਲੈਕਟ੍ਰਿਕ ਕੰਪੋਨੈਂਟ ਨੂੰ ਦਿਖਾਉਣਾ ਬਹੁਤ ਜ਼ਿਆਦਾ ਔਖਾ ਹੈ। ਜੇਕਰ ਆਪਾਂ ਕਿਸੇ ਇਲੈਕਟ੍ਰਿਕ ਸਰਕਟ ਨੂੰ ਵਿੱਚ ਇਲੈਕਟ੍ਰਿਕ ਕੰਪੋਨੈਂਟ ਦਿਖਾਉਣਾ ਹੈ ਤਾਂ ਕੀ ਆਪਾਂ ਉੱਥੇ ਬਾਰ ਸਵਿਚ ਦੀ ਫੋਟੋ ਜਿਵੇਂ ਕਿ ਉਪਰੋਕਤ ਪਿਕਚਰ ਵੀ ਦਿਖਾਈ ਗਈ ਹੈ ਇਸ ਤਰ੍ਹਾਂ ਦਿਖਾਵਾਂਗੇ ਬਣਾਵਾਂਗੇ ਅਤੇ ਇਹ ਬਹੁਤ ਜ਼ਿਆਦਾ ਔਖਾ ਹੀ ਲੱਗੇਗਾ। ਜਾਂ ਫਿਰ ਆਪਾਂ ਨੂੰ ਬਲਬ ਬਣਾਉਣ ਨੂੰ ਇਲੈਕਟ੍ਰਿਕ ਸ਼ੋਅ ਕਰਨ ਨੂੰ ਕਿਹਾ ਜਾਵੇ ਅਤੇ ਆ ਵੀ ਬਹੁਤ ਜ਼ਿਆਦਾ ਔਖਾ ਲੱਗੇਗਾ। ਇਸ ਲਈ ਆਪਾਂ ਕੀ ਕਰਿਆ ਕਿ ਇਹਨਾਂ ਚੀਜ਼ਾਂ ਲਈ ਅਸੀਂ ਕੀ ਕਰਿਆ ਕਿ ਇੱਕ ਚਿੰਨ੍ਹ ਬਣਾ ਲਏ। ਇਹਨਾਂ ਚਿੰਨ੍ਹਾਂ ਨੂੰ ਇਲੈਕਟ੍ਰਿਕ ਤਾਂ ਕਿ ਸੌਖੇ ਢੰਗ ਦੇ ਨਾਲ ਕੀ ਹੈ ਇਹਨਾਂ ਚਿੰਨ੍ਹਾਂ ਦੀ ਵਰਤੋਂ ਕਰਕੇ ਅਸੀਂ ਕਰ ਸਕੀਏ।
ਜਿਵੇਂ ਹੈਗਾ ਇਹਨਾਂ ਨੂੰ ਇਲੈਕਟ੍ਰਿਕ ਸਿੰਬਲ, ਤੇ ਇਸ ਲਈ ਇਲੈਕਟ੍ਰਿਕ ਸਿੰਬਲ ਦੀ ਡੈਫੀਨੇਸ਼ਨ ਹੋ ਗਈ, ਐਜ਼ ਇਟ ਇਜ਼ cumbersome to show how electric component in a circuit diagram they are denoted or represented by a specific symbol, these are known as electric symbol। ਬਿਜਲਈ ਚਿੰਨ੍ਹ ਕੀ ਹੁੰਦੇ ਹੈ? ਬਿਜਲੀ ਘਟਕਾਂ ਨੂੰ ਸੌਖੇ ਢੰਗ ਨੂੰ ਦਰਸਾਉਣ ਲਈ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਬਿਜਲਈ ਚਿੰਨ੍ਹ ਕਹਿੰਦੇ ਹਨ। ਅਗਲੀ ਪਿਕਚਰ ਸਲਾਈਡ ਦੇ ਵਿੱਚ, ਜਿਵੇਂ ਕਿ ਆਪਾਂ ਨੂੰ ਅਗਲੀ ਸਲਾਈਡ ਵਿੱਚ ਦਿਖ ਰਿਹਾ ਹੈਗਾ, ਸਭ ਤੋਂ ਪਹਿਲੀ ਪਿਕਚਰ ਹੈਗੀ ਆ, ਸਭ ਤੋਂ ਪਹਿਲੀ ਪਿਕਚਰ ਇਹਦੇ ਵਿੱਚ ਦਿਖ ਰਹੀ ਹੈਗੀ ਆ ਆਪਾਂ ਨੂੰ ਸੈੱਲ ਦੀ। ਸੈੱਲ ਨੂੰ ਦਰਸਾਉਣ ਲਈ ਇੱਕ ਮੋਟੀ ਰੇਖਾ ਅਤੇ ਇੱਕ ਛੋਟੀ ਅਤੇ ਮੋਟੀ ਰੇਖਾ ਅਤੇ ਇੱਕ ਵੱਡੀ ਰੇਖਾ ਨਾਲ ਦਰਸਾਇਆ ਗਿਆ ਹੈ। ਉਸ ਤੋਂ ਅੱਗੇ ਦੂਸਰੀ ਪਾਸੇ ਬਲਬ ਦਰਸਾਉਣ ਲਈ ਜਿਸ ਤਰ੍ਹਾਂ ਦੀ ਦਿਖਾਇਆ, ਬਲਬ ਦਰਸਾਉਣ ਲਈ ਇਸ ਤਰ੍ਹਾਂ ਦੀ ਪਿਕਚਰ ਬਣਾਈ ਜਾਂਦੀ ਹੈ। ਸਵਿੱਚ ਨੂੰ ਦਰਸਾਉਣ ਲਈ ਔਨ ਦੀ ਸਥਿਤੀ 'ਚ ਹੈਗਾ ਅਤੇ ਇਸ ਤਰ੍ਹਾਂ ਦਿਖਾਇਆ ਜਾਏਗਾ, ਜੇ ਆਫ ਦੀ ਸਥਿਤੀ 'ਚ ਹੈਗਾ ਅਤੇ ਇਸ ਤਰ੍ਹਾਂ ਦਿਖਾਇਆ ਜਾਏਗਾ। ਇਸੇ ਤਰ੍ਹਾਂ ਬੈਟਰੀ ਨੂੰ ਦਿਖਾਉਣ ਲਈ 2 ਜਾਂ 2 ਤੋਂ ਵੱਧ ਸੈੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਬੈਟਰੀ ਦਾ ਚਿੰਨ੍ਹ ਦਿਖਾਇਆ ਗਿਆ ਹੈ। ਤਾਰਾਂ ਨੂੰ ਇੱਕ ਸਿੱਧੀ ਰੇਖਾ ਨਾਲ ਹੀ ਦਰਸਾਇਆ ਜਾ ਰਿਹਾ ਹੈ। Here we use the battery as a symbol of two cells. One line is bigger and another line is shorter and fat। ठीक है, तो when we use the battery, we have to represent the battery by two cells। ठीक है, this is an different way to represent the cells, electrical components in the electric circuit, है ना। As we see in the picture, you must know that this picture was also is given in your textbook। Next we have an slide of an heating effects of an electric current। ਬਿਜਲਈ ਧਾਰਾ ਦਾ ਤਾਪਨ ਪ੍ਰਭਾਵ। When we pass an electricity through a wire, the wire gets heated। This is called the heating effect of an current। Once again I repeat the definition। When we pass an electric current through a wire, the wires get heated। This is called the heating effect of an current। ਜਦੋਂ ਵੀ ਅਸੀਂ ਕਿਸੇ ਵੀ ਤਾਰਾਂ ਦੇ ਵਿੱਚੋਂ ਕਰੰਟ ਪਾਸ ਕਰਦੇ ਹਾਂ ਜਾਂ ਬਿਜਲਈ ਧਾਰਾ ਲਗਾਉਂਦੇ ਹਾਂ ਤਾਂ ਤਾਰਾ ਗਰਮ ਹੋ ਜਾਂਦੀ ਹੈ। ਇਸ ਨੂੰ ਬਿਜਲਈ ਧਾਰਾ ਦਾ ਤਾਪਨ ਪ੍ਰਭਾਵ ਕਿਹਾ ਜਾਂਦਾ ਹੈ। ਬਹੁਤ ਹੀ ਸੌਖਾ ਹੈ ਬੱਚਿਓ ਸਮਝਣੋ। ਜਦੋਂ ਵੀ ਕਿਸੇ ਵੀ ਤਾਰ ਦੇ ਵਿੱਚੋਂ ਆਪਾਂ ਬਿਜਲੀ ਧਾਰਾ ਲਗਾਉਣੀ ਹੈਗੀ ਹੈ ਅਤੇ ਉਹ ਤਾਰ ਜਿਹੜੀ ਹੋ ਜਾਂਦੀ ਗਰਮ ਹੋ ਜਾਂਦੀ ਹੈ। ਆਪਾਂ ਬਹੁਤ ਸਾਰੇ ਉਦਾਹਰਣਾਂ 'ਚ ਘਰਾਂ 'ਚ ਵੀ ਦੇਖ ਸਕਦੇ ਹਾਂ, ਇਸ ਤਰ੍ਹਾਂ ਵੀ ਦੇਖ ਸਕਦੇ ਹਾਂ ਕਿ ਜਦੋਂ ਵੀ ਕਰੰਟ ਪਾਸ ਹੁੰਦਾ ਹੈਗਾ ਤਾਂ ਵਾਇਰ ਗੈਟਸ heated। This is called the heating effect of electric current ਔਰ ਦਾ ਬਿਜਲਈ ਧਾਰਾ ਦਾ ਤਾਪਨ ਪ੍ਰਭਾਵ। ਬਿਜਲਈ ਧਾਰਾ ਦਾ ਤਾਪਨ ਪ੍ਰਭਾਵ ਆਮ ਬਹੁਤ ਜ਼ਿਆਦਾ ਵਰਤੋਂ ਵਿੱਚ ਅੱਜ ਆਉਂਦਾ ਹੈਗਾ। ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ਦਾ ਵਰਤੋਂ ਕਰਨ ਦੇ ਲਈ ਆਪਾਂ ਘਰਾਂ ਵਿੱਚ ਖਾਣਾ ਬਣਾਉਣ ਵਾਲੇ ਹੀਟਰ ਦੀ ਵਰਤੋਂ ਕਰਦੇ ਹਨ। ਘਰਾਂ ਵਿੱਚ ਪਾਣੀ ਗਰਮ ਕਰਨ ਲਈ ਗੀਜ਼ਰ ਦੀ ਵਰਤੋਂ ਕਰਦੇ ਹਨ, ਹੈ ਨਾ। ਕੁਛ ਕੱਪੜਿਆਂ ਨੂੰ ਪ੍ਰੈਸ ਕਰਨ ਲਈ, ਹੈ ਨਾ, ਜਿਹੜੀ ਪ੍ਰੈਸ ਦੀ ਵਰਤੋਂ ਕੀਤੀ ਜਾਂਦੀ ਦਾ ਆਇਰਨ ਵੀ ਯੂਜ਼ਡ, ਹੈ ਨਾ, ਟੂ ਪ੍ਰੈਸ the cloth is also conduct the heating effect of electric current। ਠੀਕ ਹੈ, ਇਹਨਾਂ ਸਾਰਿਆਂ ਚੀਜ਼ਾਂ ਦੇ ਵਿੱਚ ਬਿਜਲਈ ਧਾਰਾ ਦਾ ਤਾਪਨ ਪ੍ਰਭਾਵ ਹੁੰਦਾ ਹੈ। ਇਹ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਕਰਕੇ ਹੀ ਤਾਪ ਊਰਜਾ ਪੈਦਾ ਹੁੰਦੀ ਹੈ, ਜਿਹਦੇ ਨਾਲ ਹੀ ਆਪਣਾ ਗੀਜ਼ਰ ਦੇ ਵਿੱਚ ਪਾਣੀ ਗਰਮ ਹੋ ਜਾਂਦਾ ਹੈ। ਉਸੇ ਤਾਪ ਊਰਜਾ ਦੇ ਨਾਲ ਜਦੋਂ ਪ੍ਰੈਸ ਬਿਜਲੀ ਧਾਰਾ ਦੇ ਤਾਪਨ ਉਸੇ ਊਰਜਾ ਦੇ ਨਾਲ ਤਾਪ ਊਰਜਾ ਜਦੋਂ ਪ੍ਰੈਸ ਦੇ ਵਿੱਚ ਪੈਦਾ ਹੁੰਦੀ ਹੈ ਅਤੇ ਉਸੇ ਆਪਣੇ ਕੱਪੜੇ 'ਚ ਦੇ ਤਾਪ ਊਰਜਾ ਦੇ ਕੱਪੜੇ ਵੀ ਪ੍ਰੈਸ ਕੀਤੇ ਜਾ ਸਕਦੇ ਆ, ਜਾਂ ਫਿਰ ਘਰਾਂ ਵਿੱਚ ਹੀਟਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਹਦੇ ਵਿੱਚ ਆਪਾਂ ਕਈ ਵਾਰੀ ਖਾਣਾ ਬਣਾਉਂਦੇ ਹੈਗੇ। ਇਸ ਤਰ੍ਹਾਂ ਹੀ ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ਲਈ ਆਪਾਂ ਅੱਗੇ ਦੇਖ ਰਹੇ ਹਾਂ ਕਈ ਤਰ੍ਹਾਂ ਦੇ ਬਿਜਲਈ ਯੰਤਰ ਹੁੰਦੇ ਹੈ ਜਿਨ੍ਹਾਂ ਦੇ ਵਿੱਚ ਬਿਜਲਈ ਧਾਰਾ ਦਾ ਉਪਯੋਗ ਕੀਤਾ ਜਾਂਦਾ ਹੈ। These are the pictures of some electrical appliances that are used in the
for the heating effect of an electric current. You must know the first picture. This is the picture of an refrigerator. We will also use the called as fridge, है ना. We will use the heating effect in the microwave, है ना. We will use in the dryer is used to dry your hair. ਬਾਲ ਸੁਕਾਉਣ ਵਾਸਤੇ ਵਰਤਿਆ ਜਾਂਦਾ ਹੈਗਾ. ਚਿਮਨੀਜ਼ ਲਈ ਵਰਤਿਆ ਜਾਂਦਾ. ਘਰਾਂ ਵਿੱਚ ਚਿਮਨੀ ਲਗਾਈ ਜਾਂਦੀ ਹੈ ਰਸੋਈ ਦੇ ਵਿੱਚ ਤਾਂ ਕਿ ਘਰਾਂ 'ਚ ਧੂੰਆਂ ਨਾ ਹੋਦਾ ਹੋਏ. AC all we have seen, ਠੀਕ ਹੈ. ਐਂਡ ਵੈਕਿਊਮ ਕਲੀਨਰ ਘਰਾਂ ਦੀ ਸਫਾਈ ਵਾਸਤੇ ਵਰਤਿਆ ਜਾਂਦਾ ਹੈਗਾ. ਇਸ ਤਰ੍ਹਾਂ ਦੇ ਬਹੁਤ ਸਾਰੇ ਬਿਜਲਈ ਯੰਤਰ ਹੈਗੇ ਆ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ, ਹੈ ਨਾ, ਬਿਜਲਈ ਦਾ ਤਾਪਨ ਪ੍ਰਭਾਵ ਦੀ ਵਰਤੋਂ ਕਰਕੇ ਯੰਤਰ ਬਣਾਏ ਗਏ ਹੈਗੇ. ਪ੍ਰੈਸ ਵੀ ਆਪਾਂ ਨੂੰ ਦਿਖ ਰਹੀ ਹੈ ਇਹਦੇ ਵਿੱਚ, ਹੈ ਨਾ. ਵਾਸ਼ਿੰਗ ਮਸ਼ੀਨ ਵੀ ਦਿਖ ਰਹੀ ਹੈਗੀ ਆ. ਬਹੁਤ ਸਾਰੀ ਵਸਤੂ ਹੈ. ਇਸ ਤੋਂ ਇਲਾਵਾ ਵੀ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਅਸੀਂ ਬਿਜਲਈ ਯੰਤਰਾਂ ਦੀ ਵਰਤੋਂ ਕਰਦੇ ਹਾਂ. ਅੱਗੇ ਅਸੀਂ ਹੁਣ ਦੇਖ ਰਹੇ ਹਾਂ ਹੀਟਿੰਗ ਐਲੀਮੈਂਟਸ. ਹੀਟਿੰਗ ਐਲੀਮੈਂਟਸ ਜਦੋਂ ਵੀ ਕਿਸੇ ਵੀ ਤਾਰ ਦੇ ਵਿੱਚੋਂ ਅਸੀਂ ਬਿਜਲੀ ਪਾਸ ਕਰਦੇ ਹਾਂ ਜਾਂ ਬਿਜਲੀ ਪਾਸ ਕਰਦੇ ਹਾਂ, ਕਰੰਟ ਪਾਸ ਕਰਦੇ ਹਾਂ, ਅਤੇ ਉਹ ਕੀ ਹੋ ਜਾਂਦੀ ਹੈ, ਗਰਮ ਹੋ ਜਾਂਦੀ ਹੈ. ਅਤੇ ਜਿਹੜੀ ਉਹ ਤਾਰ ਹੁੰਦੀ ਹੈ ਨਾ, ਉਸ ਨੂੰ ਅਸੀਂ, ਜਿਹੜੀ ਤਾਰ ਹੁੰਦੀ ਹੈ ਉਹ ਖਾਸ ਮਟੀਰੀਅਲ ਦੀ ਬਣਾਈ ਜਾਂਦੀ ਹੈ ਤਾਂ ਕਿ ਉਹਦੇ ਵਿੱਚ ਵੱਧ ਤੋਂ ਵੱਧ ਤਾਪ ਊਰਜਾ ਪੈਦਾ ਹੋ ਸਕੇ ਅਤੇ ਸਾਨੂੰ ਵੱਧ ਤੋਂ ਵੱਧ ਤਾਪ ਮਿਲ ਸਕੇ ਅਤੇ ਅਸੀਂ ਉਹਨੂੰ ਇਸਤੇਮਾਲ ਕਰ ਸਕੀਏ. ਅਤੇ ਉਹ ਜਿਹੜੀ ਵਾਇਰ ਹੁੰਦੀ ਹੈ, ਜਿਹੜੀ ਤਾਰ ਹੁੰਦੀ ਹੈ ਨਾ, ਉਸ ਨੂੰ ਅਸੀਂ ਕਹਿੰਦੇ ਹਾਂ ਐਲੀਮੈਂਟ, ਠੀਕ ਹੈ. ਔਰ the wire on which the current is passed is called the element which get heated. ਹੁਣ ਜਿਹੜੀ ਵਾਇਰ ਹੁੰਦੀ ਹੈਗੀ ਆ ਉਹ ਕਿਤੇ ਡਿਪੈਂਡ ਕਰਦੀ ਹੈ, ਉਹ ਆਪਣੀ ਉਹ ਕਿੰਨੀ ਹੀਟ ਜਾਂ ਕਿੰਨੀ ਊਰਜਾ ਉਹ ਪ੍ਰੈਜੈਂਟ ਕਰਦੀ ਹੈ, ਉਹ ਪੈਦਾ ਕਰੇਗੀ. ਇਹ ਵਾਇਰ ਦੀ ਕਿਸ ਚੀਜ਼ ਦੀ ਬਣੀ ਹੋਈ ਹੈ, ਉਹਦੀ ਵਾਇਰ ਦੇ ਮਟੀਰੀਅਲ ਦੀ, ਵਾਇਰ ਦੇ ਪਦਾਰਥ ਦੀ ਪ੍ਰਕਿਰਤੀ ਕੀ ਹੈ, ਜਾਂ ਫਿਰ ਉਹਦੀ ਵਾਇਰ ਦੀ ਮੋਟਾਈ ਕਿੰਨੀ ਹੈ ਅਤੇ ਵਾਇਰ ਦੀ ਲੰਬਾਈ ਕਿੰਨੀ ਹੈ. ਇਹਨਾਂ ਤਿੰਨਾਂ ਚੀਜ਼ਾਂ ਦੇ ਉੱਪਰ ਨਿਰਭਰ ਕਰਦੀ ਹੈ ਕਿ ਵਾਇਰ ਕਿੰਨੀ ਤਾਪ ਊਰਜਾ ਪੈਦਾ ਕਰੇਗੀ. The amount of heat produced in wire is depend upon the length, thickness and the material of the wire. ਠੀਕ ਹੈ, ਕਲੀਅਰ ਹੈ. This wire is called, ਕਿਸੇ ਧਾਤ ਵਿੱਚ ਪੈਦਾ ਤਾਪ ਦੀ ਮਾਤਰਾ ਉਸ ਤਾਰ ਦੇ ਪਦਾਰਥ ਵਿੱਚੋਂ ਬਣਾਇਆ ਜਿਸ ਤੋਂ ਇਹ ਬਣਿਆ ਹੈਗਾ ਦੀ ਲੰਬਾਈ ਅਤੇ ਮੋਟਾਈ 'ਤੇ ਨਿਰਭਰ ਕਰਦੀ ਹੈ. ਇਸ ਲਈ ਵੱਖ-ਵੱਖ ਜ਼ਰੂਰਤਾਂ ਦੇ ਲਈ ਵੱਖ-ਵੱਖ ਪਦਾਰਥਾਂ ਅਤੇ ਵੱਖ-ਵੱਖ ਲੰਬਾਈ ਅਤੇ ਮੋਟਾਈ ਦੀਆਂ ਤਾਰਾਂ ਵਰਤੀਆਂ ਜਾਂਦੀ ਹੈ. ਇਹਦਾ ਮਤਲਬ ਹੈ ਕਿ ਜਿਹੜੇ ਆਪਾਂ ਨੂੰ ਜੇ ਵੱਧ ਤਾਪ ਊਰਜਾ ਚਾਹੀਦੀ ਹੈ ਅਤੇ ਉਹਦੀ ਲੰਬਾਈ ਵੱਧ ਰੱਖਣੀ ਹੈ ਕਿ ਘੱਟ ਰੱਖਣੀ ਹੈ, ਉਹਦੇ ਹਿਸਾਬ ਨਾਲ ਆਪਾਂ ਨੂੰ ਚਾਹੀਦੇ ਹੁੰਦੇ ਆ. ਇਸ ਤੋਂ ਅੱਗੇ ਹੁਣ ਆਪਾਂ ਪੜ੍ਹਦੇ ਹੀਟਿੰਗ ਇਫੈਕਟ ਦੇ ਨਾਲ ਅੱਗੇ ਆਏਗਾ ਆਪਣਾ ਕੰਡਕਟਰਸ ਕੀ ਹੁੰਦੇ ਹੈ. ਕੰਡਕਟਰਸ 'ਤੇ ਜਿਵੇਂ ਆਪਾਂ 6ਵੀਂ ਜਮਾਤ ਵਿੱਚ ਵੀ ਪੜ੍ਹਿਆ, the conductors are those which allow the current to flow through it. ਪੰਜਾਬੀ ਜਿਹਨੂੰ ਕਹਿੰਦੇ ਆ ਕੁਚਾਲਕ. ਕੁਚਾਲਕ ਉਹ ਹੁੰਦੇ ਹਨ ਜਿਹੜੇ ਕਿ ਹਨ ਆਪਣੇ ਵਿੱਚੋਂ ਕਰੰਟ ਨੂੰ ਲੰਘਣ ਦੇ ਦਿੰਦੇ ਹਨ. ਹੁਣ ਆਪਣੇ ਇੱਥੇ ਕੁਚਾਲਕ ਦਾ ਕੀ ਮਤਲਬ ਆ ਗਿਆ ਜਾਂ ਕੰਡਕਟਰ ਦਾ ਕੀ ਮਤਲਬ ਆ ਗਿਆ? ਇਹਦਾ ਮਤਲਬ ਹੈ ਕਿ ਜੇ ਉਹਦੇ ਵਿੱਚੋਂ ਕਰੰਟ ਸਿੱਧਾ ਲੰਘ ਜਾਏਗਾ, ਤਾਰ ਦੇ ਵਿੱਚੋਂ ਸਿੱਧਾ ਕਰੰਟ ਲੱਗ ਜਾਏਗਾ, ਹੈ ਨਾ, ਅਤੇ ਹੀਟ ਤਾਂ ਪ੍ਰੋਡਿਊਸ ਹੀ ਨਹੀਂ ਹੋਏਗੀ, ਤਾਪ ਊਰਜਾ ਤਾਂ ਪੈਦਾ ਹੀ ਨਹੀਂ ਹੋਏਗੀ. ਫਿਰ ਇੱਥੇ ਆਪਾਂ ਕੀ ਮਤਲਬ ਹੈ? ਇਹਦਾ ਮਤਲਬ ਇਹ ਹੋ ਗਿਆ ਕਿ ਜਿੰਨਾ ਵੀ ਗੁੱਡ ਕੰਡਕਟਰ ਤੋਂ ਬੈਡ ਕੰਡਕਟਰ ਹੋਏਗਾ ਜਾਂ ਇੰਸੂਲੇਟਰ ਹੋਏਗਾ, ਹੈ ਨਾ, ਘੱਟ ਕੰਡਕਟ ਕਰੇਗਾ, ਘੱਟ ਬਿਜਲੀ ਧਾਰਾ ਨੂੰ ਲੰਘਣ ਦੇਗਾ, ਉਹ ਜ਼ਿਆਦਾ ਹੀਟ ਐਲੀਮੈਂਟ ਯੂਜ਼ ਹੋਏਗਾ, ਉਹ ਜ਼ਿਆਦਾ ਤਾਪ ਊਰਜਾ ਪੈਦਾ ਕਰੇਗਾ. ਠੀਕ ਹੈ. ਦ ਅਮਾਊਂਟ ਆਫ ਹੀਟ ਪ੍ਰੋਡਿਊਸ ਔਨ ਹਾਊ a good or poor a conductor the material of wire, है ना. here we see the amount of heat produced, ਉਹ ਕਿਸ ਗੱਲ 'ਤੇ ਡਿਪੈਂਡ ਕਰਦਾ ਹੈ ਕਿ ਕਿੰਨੀ ਤਾਪ ਊਰਜਾ ਪੈਦਾ ਹੋਏਗੀ? ਉਸ ਗੱਲ 'ਤੇ ਡਿਪੈਂਡ ਕਰਦਾ ਹੈਗਾ ਕਿ ਜਿਹੜਾ ਉਹ ਕੰਡਕਟਰ ਹੈ, ਮਟੀਰੀਅਲ ਜਿਹਦੀ ਤਾਰ ਬਣੀ ਹੋਈ ਹੈ, ਉਹ ਪੂਅਰ ਕੰਡਕਟਰ ਹੈ ਕਿ ਘੱਟ ਕੰਡਕਟਰ ਹੈ.
दिस ਇਹਦਾ ਮਤਲਬ ਇਹ ਹੋ ਗਿਆ more heat is produced if the material of the wire is not a conductor। ਜਿੰਨੀ ज़्यादा ਤਾਪ ਊਰਜਾ ਤਾਈਓ ਪੈਦਾ ਹੋਏਗੀ ਜੇ ਉਹ ਗੁੱਡ ਕੰਡਕਟਰ ਨਹੀਂ ਹੋਏਗਾ, ਸੁਚਾਲਕ ਘੱਟ ਹੋਏਗਾ। ਇਸ ਲਈ ਆਪਾਂ ਕੀ ਕਰਦੇ ਹਾਂ ਹੁਣ, ਇਸ ਤਰ੍ਹਾਂ ਆਪਾਂ ਨੂੰ ਜਿਹੜਾ ਐਲੀਮੈਂਟਸ ਬਣਾਉਣਾ ਸੀਗਾ ਜਿਹਦੇ ਵਿੱਚ ਕੁੰਡਲੀ ਦੀ ਨੂੰ ਜਿਹੜੀ ਹੈ ਕਿ ਤਾਰ ਦੀ ਕੁੰਡਲੀ ਨੂੰ ਹੀ ਐਲੀਮੈਂਟ ਕਿਹਾ ਜਾਂਦਾ ਹੈ ਨਾ। ਦ ਕੋਇਲ ਆਫ ਵਾਇਰ ਇਜ਼ ਕਾਲਡ ਦਾ ਐਲੀਮੈਂਟ। ਹੁਣ ਜਿਹੜਾ ਹੀਟਰ ਦੇ ਵਿੱਚ ਐਲੀਮੈਂਟ ਵਰਤਣਾ ਸੀਗਾ ਉਹ ਆਪਾਂ ਬੱਚੋ ਉਸ ਚੀਜ਼ ਦਾ ਬਣਾਉਣਾ ਹੈਗਾ ਜਿਸ ਚੀਜ਼ ਦੇ ਜੋ ਵੱਧ ਤੋਂ ਵੱਧ ਤਾਪ ਊਰਜਾ ਪੈਦਾ ਕਰੇ। ਇਸ ਲਈ ਕੀ ਕਰਾਂਗੇ, ਹੈਂਸ heating elements are made up of material which have low conductivity or high resistance। ਇਸ ਲਈ ਬੱਚੋ ਆਪਾਂ ਉਸ ਚੀਜ਼ ਦੇ ਮਟੀਰੀਅਲ ਬਣਾਵਾਂਗੇ, ਉਸ ਮਟੀਰੀਅਲ ਦੇ ਐਲੀਮੈਂਟ ਬਣਾਵਾਂਗੇ ਜਿਹਦੇ ਵਿੱਚ ਕੰਡਕਟਿਵਿਟੀ ਬਹੁਤ ਘੱਟ ਹੋ, ਮਤਲਬ ਕਿ ਕਰੰਟ ਘੱਟ ਪਾਸ ਹੋ ਸਕੇ ਹੈ ਨਾ, ਔਰ ਰੈਜ਼ਿਸਟੈਂਸ ਜ਼ਿਆਦਾ ਹੋ, ਪ੍ਰਤੀਰੋਧਕ क्षमता ਜ਼ਿਆਦਾ ਹੋ। ਇਸ ਲਈ ਅਸੀਂ ਹੁਣ ਇਹ ਪੰਜਾਬੀ ਦੇ ਵਿੱਚ ਆ ਗਿਆ, ਜੋ ਤਾਪ ਦੀ ਮਾਤਰਾ ਕਿਸੇ ਵਸਤੂ ਦੀ ਪ੍ਰਕਿਰਤੀ 'ਤੇ ਨਿਰਭਰ ਕਰਦੀ ਹੈਗੀ। ਆਪਾਂ ਇਹ ਇੱਕ ਵਾਰ ਦੁਹਰਾਈ ਕਰ ਲੈਂਦੇ ਹਾਂ ਜਿਹੜਾ ਇੰਗਲਿਸ਼ ਵਿੱਚ ਪੜ੍ਹਿਆ ਸੀਗਾ ਕਿ ਕਿਸੇ ਵੀ ਤਾਪ ਦੀ ਮਾਤਰਾ ਕਿਸੇ ਵੀ ਵਸਤੂ ਦੀ ਪ੍ਰਕਿਰਤੀ 'ਤੇ ਨਿਰਭਰ ਕਰਦੀ ਹੈ। ਜ਼ਿਆਦਾ ਤਾਪ ਪੈਦਾ ਹੁੰਦੀ ਹੈ, ਜ਼ਿਆਦਾ ਤਾਪ ਪੈਦਾ ਹੁੰਦਾ ਜਦੋਂ ਵਸਤੂ ਘੱਟ ਸੁਚਾਲਕ ਹੁੰਦੀਆਂ ਹਨ। ਤਾਰ ਦੀ ਕੁੰਡਲੀ ਨੂੰ ਕੀ ਕਿਹਾ ਜਾਂਦਾ, ਐਲੀਮੈਂਟ ਕਿਹਾ ਜਾਂਦਾ। ਦ ਕੋਇਲ ਆਫ ਵਾਇਰ ਇਜ਼ ਕਾਲਡ ਦਾ ਐਲੀਮੈਂਟ। ਹੁਣ ਜਿਹੜੇ ਐਲੀਮੈਂਟ ਹੈ ਉਹ ਆਪਾਂ ਨੂੰ ਕਿੰਨਾ ਚੀਜ਼ਾਂ ਦਾ ਬਣਾਉਣਾ ਚਾਹੀਦਾ, ਆਪਾਂ ਨੂੰ ਐਲੀਮੈਂਟ ਉਹ ਚੀਜ਼ਾਂ ਦਾ ਬਣਾਉਣਾ ਚਾਹੀਦਾ ਜਿਹਦੇ ਤੋਂ ਵੱਧ ਤਾਪ ਊਰਜਾ ਪੈਦਾ ਹੋਏ। ਤਾਪ ਊਰਜਾ ਕਿਹਦੇ ਤੋਂ ਪੈਦਾ ਹੋਏਗੀ, ਤਾਪ ਊਰਜਾ ਉਹਨਾਂ ਚੀਜ਼ਾਂ ਤੋਂ ਪੈਦਾ ਹੋਏਗੀ ਜਿਨ੍ਹਾਂ ਵਿੱਚ ਉਹ ਵਾਇਰ 'ਤੇ ਜਾਂ ਉਹ ਤਾਰ ਦੇ ਵਿੱਚ ਤਾਪ ਊਰਜਾ ਪੈਦਾ ਹੋਏਗੀ ਜਿਨ੍ਹਾਂ ਦੇ ਵਿੱਚ ਪ੍ਰਤੀਰੋਧਕ क्षमता ਜਾਂ ਰੈਜ਼ਿਸਟੈਂਸ ਵੱਧ ਹੋਏਗੀ। ਠੀਕ ਹੈ, ਇਸ ਲਈ ਆਪਾਂ ਕੀ ਕਰਦੇ ਹਾਂ ਕਿ ਤਾਪ ਹੁਣ ਨੋਰਮਲੀ ਹੁਣ ਕੀ ਕਰਦੇ ਵਰਤੋਂ ਜਾਂਦਾ ਹੈ, ਉਹ ਆਮ ਤੌਰ 'ਤੇ ਜਿਹੜਾ ਹੀਟਿੰਗ ਐਲੀਮੈਂਟ ਹੁੰਦਾ ਹੈਗਾ ਉਹਨੂੰ ਆਪਾਂ ਟੰਗਸਟਨ ਦੇ ਰੂਪ ਵਿੱਚ, ਟੰਗਸਟਨ ਨਾਂ ਦੇ ਹੀਟਿੰਗ ਐਲੀਮੈਂਟ ਨੂੰ ਆਪਾਂ ਬਹੁਤ ਜ਼ਿਆਦਾ ਵਰਤੋਂ ਵਿੱਚ ਲਿਆਉਂਦੇ ਹਾਂ। ਟੰਗਸਟਨ ਨਾਮ ਦੇ ਹੀਟਿੰਗ ਐਲੀਮੈਂਟ ਨੂੰ ਅਸੀਂ ਬਹੁਤ ਜ਼ਿਆਦਾ ਵਰਤੋਂ ਵਿੱਚ ਲਿਆਉਂਦੇ ਹਾਂ। ਕਈ ਵਾਰੀ ਆਪਾਂ ਨਾਈਕ੍ਰੋਮ ਦੀ ਤਾਰ ਵੀ ਯੂਜ਼ ਕਰਦੇ ਹਨ। ਨਾਈਕ੍ਰੋਮ ਦੀ ਤਾਰ ਦੀ ਆਪਾਂ ਨੂੰ ਐਕਟੀਵਿਟੀ ਵੀ ਹੈਗੀ ਆ ਹੈ ਨਾ। ਅਤੇ ਟੰਗਸਟਨ ਦੀ ਵਾਇਰ ਕੀ ਹੁੰਦੀ ਹੈ, ਟੰਗਸਟਨ ਦੀ ਵਾਇਰ ਜਿਵੇਂ ਬੱਚੋ ਆਪਾਂ ਬਲਬ ਦੇਖਿਆ ਹੁੰਦਾ, ਬਲਬ ਦੇ ਵਿੱਚ ਇੱਕ ਪਤਲੀ ਜਿਹੀ ਤਾਰ ਹੁੰਦੀ ਹੈ, ਉਹ ਟੰਗਸਟਨ ਮਟੀਰੀਅਲ ਦੀ ਬਣੀ ਹੁੰਦੀ ਹੈ, ਟੰਗਸਟਨ ਦੀ ਬਣੀ ਹੁੰਦੀ ਹੈ। ਠੀਕ ਹੈ, ਅਤੇ ਉਹ ਕੀ ਕਰਦੀ ਹੈ, ਉਹ ਬਹੁਤ ਜ਼ਿਆਦਾ ਤਾਪ ਵੀ ਦਿੰਦੀ ਹੈ ਅਤੇ ਲਾਈਟ ਵੀ ਦਿੰਦੀ ਹੈ ਆਪਾਂ ਨੂੰ ਹੈ ਨਾ, ਊਰਜਾ ਵੀ ਦਿੰਦੀ ਹੈ, ਤਾਪ ਊਰਜਾ ਵੀ ਦਿੰਦੀ ਹੈ ਅਤੇ ਲਾਈਟ ਵੀ ਨੇ। ਜਿਹੜਾ ਨਾਈਕ੍ਰੋਮ ਹੁੰਦਾ ਹੈਗਾ, ਨਾਈਕ੍ਰੋਮ ਜਿਹੜਾ ਮਟੀਰੀਅਲ ਹੈਗਾ ਉਹ ਨਿਕਲ, ਆਇਰਨ ਅਤੇ ਕ੍ਰੋਮੀਅਮ ਨੂੰ ਮਿਕਸ ਕਰਕੇ ਬਣਾਇਆ ਜਾਂਦਾ ਹੈ। ਨਾਈਕ੍ਰੋਮ ਦੀ ਤਾਰ ਹੁੰਦੀ ਹੈ, ਇਹ ਨਾਈਕ੍ਰੋਮ ਦੀ ਤਾਰ ਇੰਨੀ ਜਦੋਂ ਇਹਦੇ ਵਿੱਚ ਕਰੰਟ ਪਾਸ ਕੀਤਾ ਜਾਂਦਾ ਹੈਗਾ ਇਹ ਇੱਕਦਮ ਤੇਜ਼ੀ ਨਾਲ ਗਰਮ ਹੋ ਜਾਂਦੀ ਹੈ। ਇਹਦੀ ਆਪਾਂ ਨੂੰ ਕਿਰਿਆ ਵੀ ਹੈਗੀ ਆ। ਠੀਕ, ਆਮ ਤੌਰ 'ਤੇ ਦ ਨਾਈਕ੍ਰੋਮ ਇਜ਼ ਮਟੀਰੀਅਲ ਯੂਜ਼ਡ ਫੋਰ ਦ ਫਿਲਾਮੈਂਟ ਆਫ ਐਨ incandescent bulb। The filament of an incandescent bulb is made up of a tungsten. For the reason the connecting wire which are the made up of material like copper are not hot to so much। ठीक, ਓਕੇ ਬੱਚੇ ਆ ਤਾਂ ਸਾਰੀ ਗੱਲਾਂ ਆਪਾਂ ਕਰ ਚੁੱਕੇ ਹੈਗੇ ਆ। ਹੁਣ ਤੁਹਾਨੂੰ ਆਹ ਫੋਟੋ ਦਿਖਾਉਂਦੇ ਹੈਗੇ ਆ, ਆਹ ਦੇਖੋ ਟੰਗਸਟਨ ਦੀ ਵਾਇਰ ਦੀ ਫੋਟੋ ਦਿਖ ਰਹੀ ਹੈਗੀ, ਜਿਸ ਤਰ੍ਹਾਂ ਤੁਹਾਨੂੰ ਟੰਗਸਟਨ ਦੀ ਵਾਇਰ ਦਿਖ ਰਹੀ ਹੈਗੀ ਹੈ। ਆਹ ਫੋਟੋ 'ਚ ਦਿਖਾਉਂਦੇ ਆਪਾਂ ਤੁਹਾਨੂੰ ਟੰਗਸਟਨ ਦੀ ਵਾਇਰ। ਆਹ ਦੇਖੋ ਟੰਗਸਟਨ ਦੀ ਵਾਇਰ ਬਲਬ ਦੇ ਵਿਚਾਲੇ ਛੋਟੀ ਜਿਹੀ ਵਾਇਰ ਹੁੰਦੀ ਹੈ ਜਿਹੜੀ ਲਾਲ ਦੇ ਰੰਗ ਦੀ ਹੋ ਜਾਂਦੀ ਹੈ, ਦਿਖ ਰਹੀ ਹੈ ਨਾ। ਇਹ ਨਾਈਕ੍ਰੋਮ ਦੀ ਵਾਇਰ ਹੈਗੀ ਹੈ। ਨਾਈਕ੍ਰੋਮ ਦੀ ਤਾਰ ਪਤਲੀ ਪਤਲੀ ਮੈਟਲਸ ਹੁੰਦਾ ਹੈ, ਇਹਦੇ ਵਿੱਚੋਂ ਤਾਰ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਆਹ ਦੇਖੋ ਆਹ ਨਿੱਕਲ ਦੀ ਵਾਇਰ ਦੀ ਫੋਟੋ ਹੈਗੀ ਹੈ, ਅਤੇ ਆਹ ਹੈਗੀ ਆਇਰਨ ਦੀ ਵਾਇਰ ਦੀ ਆਇਰਨ ਦੀ ਤਾਰ ਦੀ ਫੋਟੋ। ਠੀਕ, ਇਸ ਤੋਂ ਬਾਅਦ ਬੱਚੋ ਅੱਗੇ ਦਾ ਟੋਪਿਕ ਜਿਹੜੇ ਹੈਗੇ ਆ ਇਸ ਪਾਰਟ ਦੇ ਆਪਾਂ ਦੂਜੀ ਵੀਡੀਓ ਵਿੱਚ ਪੜ੍ਹਾਂਗੇ। ਦ ਰੈਸਟ ਆਫ ਦ ਟੋਪਿਕ ਵਿਲ ਬੀ ਡਿਸਕਸ ਇਨ ਦ ਨੈਕਸਟ video। Thank you।